ਹੋਇਆ ਮੇਰੀ ਨੂੰਹ ਨਾਲ ਮੇਰੇ ਤਾਲੁਕਾਤ ਹੈਗੇ ਸੀ ਵੀ 1.5 ਸਾਲ ਤੋਂ। कि ये इसका मोटिव ये था कि ये अपनी बहू के साथ शादी करना चाह रहा था। अपनी बहू दे नाल निकाह करना चाह रहे ਹਾਂਜੀ थे सलाम मारिया ਮੇਰੇ ਕੋਲ ਸਾਫ ਹੈਗੇ, ਮੇਰੇ ਗਲ 'ਚ ਲਾਲ ਉਹਦੇ ਨਾਲ ਬੰਨਿਆ ਸੀ ਭਾਜੀ। मुझे वो मुसलसल धमकियां दे रहा था कि तुम अपनी बीवी को तलाक दे दो वरना मैं इसको कत्ल कर दूंगा। अस्सलाम वालेकुम नाज़रीन, मैं हूं आपके साथ आका मेज़बान नईम भट्टी और आप देख रहे हैं लाहौर 42। नाज़रीन, इस वक्त आपको जो मेरे साथ एक शख्स नज़र आ रहा है, इस शख्स ने अपने 6 साला मासूम पोते को बड़ी ही बेदर्दी के साथ कत्ल कर दिया। आखिर इसने ऐसा क्यों किया, मज़ीद इससे जानते हैं। अस्सलाम वालेकुम, ਵਾਲੇਕੁਮ ਸਲਾਮ। की नाम है? ਨਜ਼ੀਰ ਅਹਿਮਦ। नज़ीर अहमद। किन्ने बच्चे जे? 6 ਬੱਚੇ ਫਿਰ 3 ਬੇਟੇ 3 ਬੇਟੀਆਂ ਨੇ। 3 बेटे 3 बेटियां। ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਪੋਤਾ ਲੋਕ ਤੇ ਇੰਨੇ ਖੁਸ਼ ਹੁੰਦੇ ਨੇ ਪੋਤਿਆਂ ਦੀ ਪੈਦਾਇਸ਼ ਤੇ, ਤੁਸੀਂ ਆਪਣੇ ਹੀ ਪੋਤੇ ਨੂੰ ਐਡੀ ਬੇਦਰਦੀ ਦੇ ਨਾਲ ਕਤਲ ਕਰਤਾ ਹੈ, ਵਜ੍ਹਾ ਕੀ ਬਣੀ ਸੀ? ਭੈਣ ਬਾ ਗਲਤੀ ਕੀਤੀ, ਮੇਰੇ ਨਾਲ ਪਿਆਰ ਵੀ ਉਹਦਾ ਹੈਗਾ ਸੀ, ਮੈਨੂੰ ਆਪ ਉਹਦੇ ਨਾਲ ਪਿਆਰ ਬੜਾ, ਮੈਂ ਹੁਣ ਵੀ ਬੜਾ ਪਛਤਾਨਾ ਪਿਆ ਫਿਰ ਮਾਰ ਨਹੀਂ ਕੇ। ਗਲਤੀ ਤੇ ਉਹ ਤੇ ਮੈਂ ਉਸ ਪਾਸੇ ਆਨਾ ਬਾਅਦ ਚੋਂ, ਵਜ੍ਹਾ ਕੀ ਬਣੀ ਸੀ? ਹੋਇਆ ਮੇਰੀ ਨੂੰਹ ਨਾਲ ਮੇਰੇ ਤਾਲੁਕਾਤ ਹੈਗੇ ਸੀ ਵੀ 1.5 ਸਾਲ ਤੋਂ। ਤੁਹਾਡੇ ਆਪਣੀ ਨੂੰਹ ਨਾਲ ਬਹੂ ਦੇ ਨਾਲ ਤਾਲੁਕਾਤ ਸੀ? ਹਾਂਜੀ ਬਸ। ਅੱਛਾ। ਵੀ ਸਾਲ 1.5 ਸਾਲ ਤੋਂ 2.5 ਸਾਲ ਹੋ ਗਏ ਨੇ ਮੇਰੀ ਬੀਵੀ ਫੌਤ ਹੋਈ ਨੂੰ। ਅੱਛਾ, ਬੇਗਮ ਫੌਤ ਹੋ ਗਈ? 2.5 ਸਾਲ ਹੋ ਗਏ ਨੇ ਫਿਰ। ਬਸ ਇਹੋ ਹੀ ਮਸਲਾ ਹੈਗਾ ਸੀ ਫਿਰ ਦੱਸੋ ਨਾ, ਤਾਲੁਕਾਤ 1.5 ਸਾਲ ਤੋਂ ਨੇ, ਉਸ ਤੋਂ ਬਾਅਦ ਇਹੋ ਹੀ ਫਿਰ ਰਹਿ ਬੰਦੀ ਨਾ ਸਾਂ ਤੇ ਉਹ ਮਸਲਾ ਉਹਨਾਂ ਮੈਨੂੰ 15 ਦਿਨ ਪਹਿਲੇ ਘਰ ਮਸਲਾ ਬਣਿਆ, ਬੱਚਿਆਂ ਨਾਲ ਗੱਲਬਾਤ ਹੋਈ, ਉਹਨਾਂ ਨੇ ਮੈਨੂੰ ਪਤਾ ਲੱਗਿਆ, ਉਹਨਾਂ ਘਰੋਂ ਕੱਢ ਦਿੱਤਾ ਫਿਰ। ਤੁਹਾਨੂੰ ਘਰੋਂ ਕੱਢ ਦਿੱਤਾ? ਹਾਂਜੀ। ਅੱਛਾ, ਘਰ ਬੱਚੇ ਨੂੰ ਪਤਾ ਚੱਲਿਆ ਕਿ ਤੁਹਾਡੇ ਤਾਲੁਕਾਤ ਨਜਾਇਜ਼, ਆਪਣੇ ਹੀ ਜਿਹੜਾ ਨਹੀਂ ਯਾਨੀ ਕਿ ਬਹੂ ਦੇ ਨਾਲ ਤੁਹਾਡੇ ਨਜਾਇਜ਼ ਤਾਲੁਕਾਤ ਨੇ, ਉਹ ਤੁਹਾਡੀ ਬੇਟੀ ਸੀ ਜਨਾਬ, ਨੌਵਾਂ ਤੇ ਬੇਟੀਆਂ ਹੁੰਦੀਆਂ ਨੇ ਨਾ, ਔਰ ਆਪਣੀ ਬੇਟੀ ਦੇ ਨਾਲ ਤੁਹਾਡੇ ਨਜਾਇਜ਼ ਤਾਲੁਕਾਤ ਸੀ, ਤੁਹਾਨੂੰ ਸ਼ਰਮ ਨਹੀਂ ਇਹ ਕੰਮ ਕਰਦੇ ਹੋ? ਗਲਤੀ ਹੋ ਗਈ ਫਿਰ। ਹੈਂ? ਗਲਤੀ ਤੇ ਹੁਣ ਹੱਦ ਘੜੀਆਂ ਤੋਂ ਬਾਅਦ ਤੇ ਹਰ ਬੰਦਾ ਫਿਰ ਇਹੀ ਕਹਿੰਦਾ ਨਾ ਗਲਤੀ ਹੋ ਗਈ, ਉਹਨੂੰ ਛੱਡੋ, ਮੈਂ ਉਸ ਪਾਸੇ ਬਾਅਦ ਚ ਆਉਣਾ, ਪਹਿਲੇ ਮੈਨੂੰ ਗੱਲ ਦਾ ਜਵਾਬ ਦਿਓ, ਫਿਰ ਉਸ ਤੋਂ ਬਾਅਦ ਕੀ ਹੋਇਆ? ਬੱਚਿਆਂ ਨੇ ਕੱਢ ਦਿੱਤਾ? ਫਿਰ ਮੈਂ ਬਾਹਰ ਚਲਾ ਗਿਆ, ਫਿਰ 8 ਦਿਨ ਰਿਹਾ ਹਾਂ। ਕਿੱਥੇ ਚਲੇ ਗਏ? 8 ਦਿਨ ਬੱਚੀ ਵਾਰ ਰਿਹਾ ਹਾਂ। ਅੱਛਾ, ਬੜੀ ਆਪਣੀ ਬੇਟੀ ਵੱਲ ਹਾਂਜੀ, ਗਏ ਹੋ। ਘਰੋਂ ਸਾਰੇ ਇਕੱਠੇ ਸੀ ਨਾ ਭੈਣ ਭਰਾ, ਤੇ ਫਿਰ ਇਹਨਾਂ ਕੱਢਿਆ ਨਾ, ਹਾਂ। तो फिर मैं 8 दिन उधर रहा हाँ। ਅੱਛਾ, ਬੱਚੇ ਦਾ ਉਸ ਮਾਮਲੇ ਨਾਲ ਕੀ ਸਰੋਕਾਰ ਸੀ? कुछ भी नहीं मेरा बच्चे की कोई ਬੱਚੇ ਨੂੰ ਫਿਰ ਕਿਉਂ ਮਾਰਿਆ? ਬੱਚੇ ਨੂੰ ਕਿਉਂ ਮਾਰਿਆ? बच्चे तुम क्या ना बच्चे की गलती हुई बस फिर। ਬੱਚੇ ਨੂੰ ਮਾਰਿਆ ਕਿਉਂ ਸੀ? ਮੈਨੂੰ ਸਹੀ ਗੱਲ ਦੱਸੋ ਨਾ, ਕਿਸ ਤਰੀਕੇ ਨਾਲ ਲੈ ਕੇ ਗਏ ਹੋ, ਮੈਨੂੰ ਉਹ ਗੱਲ ਦਾ ਦੱਸੋ ਨਾ ਪਹਿਲੇ, ਸਾਨੂੰ ਤਾਂ ਜਿਹੜੀ ਗੱਲ ਤੁਸੀਂ ਸੱਚੀ ਗੱਲ ਦੱਸੋ। फिर निकाह का चक्कर सी, निकाह करने पे हाँ करांगे, यह गल सी बस। ਨਿਕਾਹ ਕਰਨਾ ਚਾਹ ਰਹੇ ਸੀ? हाँ जी। ਆਪਣੀ ਬਹੂ ਦੇ ਨਾਲ ਨਿਕਾਹ ਕਰਨਾ ਚਾਹ ਰਹੇ ਸੀ? ਉਹ ਤਾਂ ਤੁਹਾਡੇ ਬੇਟੇ ਦੇ ਹੱਕ ਵਿੱਚ ਸੀ, ਤੁਸੀਂ ਉਹਦੇ ਨਾਲ, ਯਾਰ ਗੱਲ ਮੈਨੂੰ ਸਹੀ ਦੱਸੋ, ਤੁਸੀਂ ਮੇਰੇ ਸੇ ਕਾਬਲੇ ਇਹਤਰਾਮ ਹੋ, ਬਜ਼ੁਰਗ ਹੋ, ਮੈਂ ਫੇਰ ਤੁਹਾਨੂੰ ਕਹਿ ਰਿਹਾ ਕਿ ਮੈਨੂੰ ਇਹ ਗੱਲ ਦਾ ਜਵਾਬ ਦਿਓ, ਸੱਚੀ ਗੱਲ ਦੱਸੋ। ਪਹਿਲਾਂ ਇਹੋ ਗੱਲ ਸੀ, ਤੁਹਾਨੂੰ ਦੱਸਿਆ ਤਲੁਕਾਤ ਹੈਗੇ ਸੀ, ਤੇ ਉਹ ਸਾਲ 1.5 ਸਾਲ ਤੋਂ ਨਾ ਹੁਣ ਨਾ ਇਹੋ ਹੀ ਮਸਲਾ ਹੈਗਾ ਸੀ, ਤੇ ਮੈਨੂੰ ਉਹਨਾਂ ਘਰੋਂ ਕੱਢਿਆ, ਮੈਂ ਦੁਬਾਰਾ ਘਰ ਗਿਆ, ਬੱਚਾ ਮੇਰੇ ਨਾਲ ਚਲਾ ਗਿਆ, ਮੈਂ ਗੁੱਸੇ ਜਾ ਕੇ ਬੱਚੇ ਨੂੰ ਫਿਰ ਮਾਰ ਦਿੱਤਾ ਬਸ। ਤੁਸੀਂ ਬੱਚੇ ਨੂੰ ਪਹਿਲੇ, ਜੋ FIR ਦੇ ਉੱਤੇ ਲਿਖਿਆ, ਤੁਸੀਂ ਬੱਚੇ ਨੂੰ ਪਹਿਲੇ ਅਗਵਾ ਕੀਤਾ, ਅਗਵਾ ਕਰਕੇ ਉਹਨੂੰ ਰੂਪੋਸ਼ ਰੱਖਿਆ, ਉਸ ਤੋਂ ਬਾਅਦ ਤੁਸੀਂ ਧਮਕੀਆਂ ਦਿੰਦੇ ਰਹੇ ਹੋ ਆਪਣੇ ਬੇਟੇ ਨੂੰ ਕਿ ਤੂੰ ਆਪਣੀ ਬੇਟੀ ਨੂੰ ਡਿਵੋਰਸ ਦੇ। ਨਹੀਂ ਫਿਰ ਹਾਂ, ਨਹੀਂ। ਇਹ ਗੱਲ ਨਹੀਂ ਹੈ। ਤੇ ਬੱਚੇ ਨੂੰ ਕਿਉਂ ਮਾਰਿਆ? ਬੱਚੇ ਨੂੰ ਮੈਂ ਤੁਹਾਨੂੰ ਦੱਸਿਆ ਨਾ ਬਸ ਇਸੇ ਤਰ੍ਹਾਂ ਤੈਸ਼ 'ਚ ਆ ਕੇ ਮੈਂ ਨਾ 2 ਦਿਨ ਹਸਪਤਾਲ ਰਿਹਾ, ਮੈਂ ਉਹ ਹਸਪਤਾਲ ਨਹੀਂ ਹੈਗਾ, ਉਹ ਬਾਹਰ ਸੀਟਾਂ ਜਿਹੜੀਆਂ ਹੈਗੀਆਂ ਐਮਰਜੈਂਸੀ ਦੇ ਅੱਗੇ, 2 ਦਿਨ ਮੈਂ ਉੱਥੇ ਰਿਹਾ, ਬੱਚਾ ਮੇਰੇ ਨਾਲ ਹੀ ਸੀ, ਮੈਂ ਉਹਦੇ ਨਾਲ ਆ ਰਿਹਾ, ਘਰ ਨਹੀਂ ਬੱਚਾ ਛੱਡਣ ਨਹੀਂ ਆਇਆ, ਬੱਚੇ ਨਾਲ ਗੱਲ ਵੀ ਹੋਈ ਰਾਤ ਨੂੰ ਮੇਰੀ, ਪਹਿਲੇ ਵੀ ਇੱਕ ਦਿਨ ਹੋਈ, ਉਹ ਬਸ ਇੱਥੇ ਆ ਕੇ ਨਾ ਮੈਂ ਹਲੇ ਇੱਥੋਂ ਲੰਘ ਕੇ ਗਿਆ, ਚਾਣਾ ਸਕੀਮ ਵਾਲੇ ਪੁਲ ਤੋਂ ਨਾ ਉਤਰਿਆ ਰਿਕਸ਼ੇ ਤੋਂ, ਇੱਧਰੋਂ ਲੰਘ ਕੇ ਗਿਆ, ਮੈਂ ਘਰ ਹੀ ਜਾਣਾ ਪਿਆ, ਭੋਗੀ ਵਾਰ ਰਹਿਣਾ ਹਾਂ। ਉਹ ਬਾਹਰ ਰਸਤੇ 'ਚ ਆ ਕੇ ਨਾ ਜੇਨ ਇਹੋ ਜਿਹਾ ਖਰਾਬ ਹੋਇਆ, ਬੱਚਾ ਵੀ ਨੂੰ ਵੱਡੇ ਨੂੰ ਵੀ ਘਰ ਪਾਇਆ, ਮੈਂ ਕਿਹਾ ਬੇਟੇ ਮੈਂ ਆ ਰਿਹਾ, ਮੈਂ ਨਾ ਚਾਣਾ ਸਕੀਮ 'ਚ ਆ ਗਿਆ, ਉਹ ਬਾਅਦ ਉੱਥੇ ਆ ਕੇ ਮੇਰਾ ਜੇਨ ਐਡਾ ਕੁ ਖਰਾਬ ਹੋਇਆ ਬੱਚੇ ਨੂੰ। ਕੀ ਜ਼ੇਨ ਖਰਾਬ ਹੋਇਆ ਕਿ ਮਾਰਦਿਆਂ ਨੂੰ? ਹਾਂ ਬਸ ਘਰ ਜਾਂਦੇ ਜਾਂਦੇ ਨੇ ਉਹਨੂੰ ਮਾਰ ਕੇ, ਤੁਹਾਨੂੰ ਮੈਨੂੰ ਦੱਸੋ ਨਾ, ਉਹਨੂੰ ਮਾਰ ਕੇ ਕੁਝ ਵੀ ਨਹੀਂ ਫਿਰ ਮਿਲਿਆ, ਕੁਝ ਵੀ ਨਹੀਂ ਮਿਲਿਆ। ਨਹੀਂ, ਪੋਤੇ ਨੂੰ ਅੱਡੀ ਬੇਦਰਦੀ ਦੇ ਨਾਲ ਮਾਰਿਆ? ਇੰਨਾ ਕੁ ਪਿਆਰ ਸੀ ਮੈਨੂੰ, ਝੂਠੇ ਕਹਿੰਦਾ ਹੀ ਲੈ ਕੇ ਜਾ, ਮੈਂ ਤੈਨੂੰ ਦੱਸਣਾ ਫਿਰ ਮੈਂ ਬੜਾ ਪਛਤਾਵੇ 'ਚ ਹੈਗਾ, ਖੁਦਾ ਦੀ ਕਸਮ, ਮੈਂ ਬਹੁਤ ਵੱਡੀ ਗਲਤੀ ਕੀਤੀ ਹੈ। ਗਲਤੀ ਕਰਕੇ ਫਿਰ ਮੈਂ ਬੱਚੇ ਨੂੰ ਫੋਨ ਕੀਤਾ, ਪੁੱਤਰ ਮੇਰੇ ਕੋਲ ਇਹ ਵਾਲੀ ਗਲਤੀ ਹੋ ਗਈ, ਬੱਚਾ ਫਲਾਨੀ ਜਗ੍ਹਾ 'ਤੇ ਪਿਆ। ਅੱਛਾ, ਮਾਰ ਕੇ ਤੈਨੂੰ ਦੱਸ ਦਿੱਤਾ ਹੈ ਕਿ ਮੈਂ ਮਾਰ ਦਿੱਤਾ? ਹਾਂਜੀ, ਮੈਂ ਉਹਨੂੰ ਕਹਿਣਾ ਪੁੱਤਰ ਮੇਰੇ ਕੋਲ ਬੜੀ ਵੱਡੀ ਗਲਤੀ ਹੋ ਗਈ। ਕਿਸ ਤਰ੍ਹਾਂ ਮਾਰਿਆ ਸੀ? ਮੇਰੇ ਕੋਲ ਸਾਫ ਹੈ, ਮੇਰੇ ਗਲ 'ਚ ਲਾਲ ਉਹਦੇ ਨਾਲ ਬੰਨਿਆ ਸੀ ਭਾਜੀ, ਹੋਰ ਕੁਝ ਨਹੀਂ ਕੀਤਾ। ਉਹਦੇ ਨਾਲ ਗਲਾ ਦਬਾਇਆ? ਹਾਂਜੀ ਬਸ। ਫੰਦਾ ਦਿੱਤਾ ਸੀ? ਨਹੀਂ ਨਹੀਂ, ਹੋਰ ਬੰਨਿਆ ਕਿਤੇ ਨਹੀਂ, ਸਿਰਫ ਰੁਮਾਲ ਬੰਨਿਆ ਫਿਰ ਗਲੇ 'ਚ। ਰੁਮਾਲ ਬੰਨ ਕੇ ਤੇ ਫੰਦਾ ਦਿੱਤਾ ਜੇ ਨਾ? ਹਾਂਜੀ ਹਾਂਜੀ ਹਾਂਜੀ, ਗੰਢ ਮਾਰੀ ਸੀ ਫਿਰ। ਫਿਰ ਉੱਥੋਂ ਨਿਕਲ ਗਏ? ਨੇ ਮੈਂ ਸਾਹਮਣੇ ਨਾ ਗਲੀ 'ਚ
बैठा रहा अद्धा घंटे बाद फिर मेरे जेल च पता नहीं की आया, मैं घर भी नहीं गया वा। अद्धे घंटे बाद फिर मैं आके बच्चे ਨੂੰ ਵੇਖਿਆ, मैं चल ਵੇਖਣਾ ਤੇ ਬੱਚਾ ਵਿਚਾਰਾ ਨਾ ਫੌਤ ਹੋ ਗਿਆ ਸੀ। ਅੱਛਾ, ਫਿਰ ਜਦੋਂ ਫੌਤ ਹੋ ਗਿਆ ਉਸ ਤੋਂ ਬਾਅਦ ਤੁਸੀਂ ਉਹ ਤੋਂ ਨਿਕਲ ਗਏ? ਉਸ ਤੋਂ ਬਾਅਦ ਮੈਂ ਹਸਪਤਾਲ ਚਲਾ ਗਿਆ, ਫਿਰ ਰਾਤ ਉੱਥੇ ਰਿਹਾ। ਫਿਰ ਅੱਛਾ, ਕਿੰਨੀ ਦੇਰ ਇਸ ਸਾਰੇ ਸਿਨੈਰੀਓ ਦੇ ਵਿੱਚ ਕਿੰਨੀ ਦੇਰ ਰੂਪ ਪੋਸ਼ ਰਹੇ ਹੋ? ਕੀ ਮਸਲ ਫਿਰ ਕਿੰਨੀ ਦੇਰ ਗਾਇਬ ਰਹੇ ਹੋ? ਅੱਗੇ 7-8 ਦਿਨ ਫਿਰ। ਹਾਂ, ਜ਼ਾਹਰੀ ਗੱਲ ਹੈ ਕਤਲ ਕੀਤਾ ਸੀ ਨਾ, ਤੇ ਕਤਲ ਤੇ ਨਹੀਂ ਛੁਪਦਾ ਹੈ, ਇਹ ਵੀ ਤੁਹਾਡੇ ਪਿੱਛੇ ਸੀ ਨਾ। ਹਾਂ, ਜ਼ਾਹਰੀ ਗੱਲ ਹੈ। ਬਿਲਕੁਲ ਭਾਜੀ। ਫੜੇ ਕਿਸ ਤਰ੍ਹਾਂ ਗਏ? ਮੈਂ ਮੇਰਾ ਜਵਾਈ ਇੱਥੇ ਮੰਡੀ ਪਾਣੀ ਪੁਣੇ ਦਾ ਕੰਮ ਕਰਦਾ ਸਿੰਘਪੁਰੇ, ਉਹਦੇ ਕੋਲ ਆਇਆ ਹਾਂ ਫਿਰ। ਉਹਦੇ ਕੋਲ ਆਏ ਹੋ? ਹਾਂਜੀ। ਅੱਛਾ, ਉਹਨਾਂ ਫਿਰ ਭਾਈ ਉਹਨਾਂ ਨੇ ਮੇਰਾ ਫੋਨ ਕੀਤਾ ਥਾਣੇ, ਤੇ ਮੈਂ ਉੱਥੇ ਬੈਠਾ, ਉੱਥੇ ਫੜਾਇਆ। ਹੁਣ ਪਛਤਾਵਾ ਹੈ? ਬੜਾ ਭਾਈ, ਬਹੁਤ ਸ਼ਰਮਿੰਦਾ, ਮੇਰਾ ਬਹੁਤ ਪਛਤਾਵਾ ਵੱਡਾ। ज़रा भी ख्याल नहीं आया कि मेरा खून है, मेरा बेटा है, और लोग तो पोतियां दी खुशियां मनाते हैं, तुसी अपने ही पोते ਨੂੰ ਏਡੀ ਬੇਦਰਦੀ ਦੇ ਨਾਲ। ਯਕੀਨ ਕਰਨਾ ਇੰਨਾ ਕੁ ਪਿਆਰ ਸੀ, ਪਰ ਮੈਂ ਆਪ ਬੜਾ ਪਛਤਾਨਾ ਪਿਆ ਫਿਰ। ਕੀ ਪਛਤਾਵਾ ਹੈ? ਹੁਣ ਹੱਥ ਕੜੀਆਂ ਲੱਗੀਆਂ ਨੇ, ਬਹੁਤ ਪਛਤਾਵਾ ਫਿਰ। ਜ਼ਰਾ ਵੀ ਖੁਦਾ ਦਾ ਖੌਫ ਨਹੀਂ ਆਇਆ, ਇੱਕ ਮਾਸੂਮ ਦੀ ਜਾਨ ਲੈ ਰਹੇ ਹੋ ਏਡੀ ਮੈਂ ਬੇਦਰਦੀ। ਘਰ ਆਂਦਾ ਬਸ ਪਤਾ ਨਹੀਂ ਕੀ ਜਿੰਨ ਚ ਆਇਆ ਕੀ ਨਹੀਂ ਆਇਆ। ਮੈਂ ਉੱਥੇ ਰਸਤੇ 'ਚ ਹੀ ਖੁਦਾ ਦੀ ਕਸਮ ਹੈ ਗਲਤੀ ਕੀਤੀ। ਘਰ ਜਾਣਾ ਪਿਆ ਮੈਂ ਉੱਥੋਂ ਨੀਅਤ ਕਰਕੇ, ਘਰ ਆਇਆ, ਬੱਚਿਆਂ ਨੇ ਫੋਨ ਕੀਤਾ, ਮੈਂ ਘਰ ਆना ਪਿਆ ਮੈਂ, घर तक रपटे नहीं गया बस। नाज़रीन, ये हालात हैं और आप देख सकते हैं कि जी अब कह रहे हैं जी पछतावा है। हर मुलजिम जो हथकड़ियाँ लगती हैं जब कानून की गिरफ्त में आते हैं उसके बाद ही पछतावा इनको होता है। अब हथकड़ियाँ लगी हुई हैं, अपने ही पोते को इतनी बेदर्दी के साथ इन्होंने कत्ल किया है, और बता रहे हैं जी इनका अपनी बहू के साथ जो है ना, यानी कि वो ताल्लुक़ था, नाजायज़ ताल्लुक़ था, और उससे शादी करना चाह रहे थे, उसी ही की वजह से अपने ही पोते को बड़ी बेदर्दी के साथ कत्ल किया। मज़ीद इस केस के हवाले से इंचार्ज इन्वेस्टिगेशन से बात करते हैं, आए मेरे साथ। जी बिल्कुल नाज़रीन, इस वक्त मेरे साथ इंचार्ज इन्वेस्टिगेशन मुर्तज़ा साहब मेरे साथ मौजूद हैं। मज़ीद इनसे जानते हैं इस केस की पेशरफ्त के हवाले से। अस्सलाम वालेकुम सर। जी वालेकुम सलाम। सर कैसे हैं आप? जी अल्लाह का करम। सर बताइएगा इस केस के हवाले से कि ये मुलजिम जो है ये कितनी देर रूपोश रहा है, और अब तक इस केस के अंदर क्या पेशरफ्त आई है, और इन्वेस्टिगेशन के अंदर क्या इसने बताया? जी ये 22 तारीख को वक़ूआ हुआ है। सुबह 22 तारीख को हमें 15 पे कॉल मसूल हुई कि इस तरह से ये जो चाइना स्कीम के पास गंदा नाला है वहाँ पे एक डेड बॉडी बच्चे की पड़ी हुई है। तो उसका वालिद जो भी मौके पे आ गया, वालिद ने बाकायदा शनाख्त की और फिर इसके बताया कि मेरे बेटे को जो मेरा वालिद है यानी कि बच्चे का जो दादा है नज़ीर अहमद, वो ले गया था, और मुझे वो मुसलसल धमकियाँ दे रहा था कि तुम अपनी बीवी को तलाक दे दो वरना मैं इसको कत्ल कर दूँगा। और मुझे यकीन है कि मेरे बेटे को उसी ने कत्ल किया है, क्योंकि उसने मुझे कॉल करके बताया है कि तुम्हारे बेटे को मैंने कत्ल करके ये नाले के ऊपर फेंक दिया है और वहाँ से उसकी डेड बॉडी उठा लो। उसकी तस्दीक में जब हम वहाँ पे पहुँचे तो बाकायदा तौर पे डेड बॉडी वहाँ पे मौजूद थी, और ज़रूरी प्रोसेस के बाद उसको हमने पोस्टमार्टम के लिए शिफ्ट किया। बॉडी वगैरह जो है पोस्टमार्टम के बाद वो हवाले उसके वो रसा के कर दी। लेकिन ये बंदा जो है ये उस वक्त से मफरूर था 22 तारीख से। सर ये कितनी देर रूपोश रहा है? ये 22 तारीख को मफरूर हुआ है और 29 को हमने इसको पकड़ लिया। ये तकरीबन 7 दिन मफरूर रहा है, मुख्तलिफ़ जगहों पे छुपता छुपाता रहा है। मोबाइल नंबर इसने बंद कर दिया था अपना, और ठिकाना इसका कोई मुस्तकिल था नहीं, क्योंकि जितने भी अजीज़ो कारब थे उन सबको इसकी हरकत का पता था, इसलिए ये किसी भी अजीज़ो कारब की तरफ जाने से गुरेज़ा था। और ये ऐसी जगहों पे जाके स्टे कर रहा था जहाँ पे आम तौर पे पुलिस या हम लोगों का ध्यान नहीं जाता। तो ये छुप छुपा के इस तरह से कभी किसी होटल में या कभी हॉस्पिटल में या किसी खाली जगह पे इसने रातें गुजारी हैं, और दिन में ये फिरता फराता रहता था। और एट दी एंड फिर जो है वो हमने अपनी जवानों की ड्यूटी लगाई थी सिविल में, डिफरेंट जगहों पे, रेलवे स्टेशन वगैरह और इस तरह की दीगर जगहों पे, और फिर ह्यूमन इंटेलिजेंस की बेस के ऊपर 29 तारीख को हमने इसको गिरफ़्तार किया। सर इन्वेस्टिगेशन के दौरान क्या चीज़ इससे यानी कि आपको पता चले कि इसने उसको क्यों मारा बच्चे को इतनी बेदर्दी के साथ, और ऐसा यानी कि इसने क्यों किया? असल में ये बच्चे को मारना तो इसका जो है वो इसने नियतन ही उसको मारा है, और मोटिव पीछे उसका वही था जो ये ख़ुद बता चुका है, और एफआईआर में भी वही है कि ये इसका मोटिव ये था कि ये अपनी बहू के साथ शादी करना चाह रहा था, और उसको ये कहता था कि तुम अपने मियाँ से तलाक़ ले लो, और बेटे को भी मजबूर करता रहा तुम बीवी को तलाक़ दे दो और मैं उससे शादी करना चाहता हूँ। हालांकि ये जो बच्चा है ये अपने दादे के साथ बड़ा अटैच था, और जिस दिन ये इसको अगवा करके लेके गया है उस दिन भी ये आम उसके साथ चला गया, क्योंकि ये पहले भी दादे के साथ जाता था।
अक्सर वो इसको घुमाने फिराने भी ले जाता था और इसी तरह रूटीन में वो उसको ले गया है। लेकिन उसके बाद फिर इसने वालिदैन को बच्चा वापस नहीं किया और जब उसको ये यकीन हो गया कि अब ये ख़ातून जो है ये वापस मेरे पास नहीं आएगी या इसका मियाँ इसको तलाक नहीं देगा, इसने फिर तैश में आके और इंतहाई कदम उठाया और बच्चे को इसने फंदा दे के कत्ल कर दिया। बिल्कुल जी नाज़रीन, मेरे साथ मौजूद थे इंचार्ज इन्वेस्टिगेशन मुर्तज़ा साहब, जो कि इस पे केस के हवाले से हमको आगाह कर रहे थे। लेकिन नाज़रीन यहाँ पर मैं अप्रिशिएट करूँगा पंजाब पुलिस के जो जवान हैं, हमारे मुहाफ़िज़ हैं, मुर्तज़ा साहब इंचार्ज इन्वेस्टिगेशन हैं, और हम इनको अप्रिशिएट करेंगे कि इन्होंने अपनी जदीद टेक्नोलॉजी की मदद से इस दरिंदा सिफ्त इंसान को जो है वो कानून की गिरफ्त में लेके आए और आज वो सलाखों के पीछे हैं। क्योंकि हमारे जो सोशल मीडिया पे आपने देखा होगा कि कमेंट सेक्शन में लोग पुलिस के, पंजाब पुलिस के अगेंस्ट जो है ना बहुत सारे मैसेज करते हैं, क्योंकि ये वही जवान है जो कि 24-24 घंटे जागते हैं और फिर जाके ऐसा दरिंदे जो सिफ्त जो लोग होते हैं उनको हम आपके सामने पेश करते हैं और आपको दिखाते हैं, और ये तलख हकीकतें जो हैं, ये तस्वीरें हम आपके सामने रखते हैं। वहाँ पे मैं अप्रिशिएट करूँगा पंजाब पुलिस को और मुर्तज़ा साहब को कि जिन्होंने अपनी टीम के साथ इसको यानी कि जो है ना वो गिरफ़्तार किया और आज वो सलाखों के पीछे है। तो नाज़रीन, ये वीडियोज़ आपको दिखाना बहुत ज़रूरी था। कमेंट सेक्शन में अपनी राय से ज़रूर आगाह कीजिएगा। अपने मेज़बान नईम भट्टी को दीजिए इजाज़त और देखते रहिए लाहौर 42।